एक ओवरसीज पाकिस्तानी 12 साल लगाकर सऊदी अरेबिया में मेहनत करता है, पाकिस्तान के अंदर अपना कारोबार शुरू करता है, एक मैरिज हाल बनाता है, लेकिन वो शख्स जैसे ही पाकिस्तान आता है तो हसद के मारे उसके मुखालिफ उसको गोलियां मारकर कत्ल कर देते हैं। और कत्ल करने के बाद अब भी दंदनाते फिरते हैं। पाकिस्तान का कानून चेक करें कि जिसके पास पैसा है, जिसके पास उसका असर रसूख है, उसके बड़े ताल्लुकात हैं, वो कत्ल करके भी आज़ाद घूम सकता है। मकतूल जवेद की बहन मेरे साथ मौजूद है, उसका भतीजा मेरे साथ मौजूद है। इनसे बात करके जानते हैं कि क्या मामला था, कत्ल क्यों किया गया और मकतूल जैसे ही पाकिस्तान आया ये सारा मामला बन कैसे गया। अस्सलाम वालेकुम। वालेकुम सलाम। भजन की नाम है आपका? उमर फरूक मकतूल जवेद ਦੇ ਤੁਸੀਂ ਭਤੀਜੇ ਹੋ जी। ਕੀ ਮਾਮਲਾ ਸੀ, ਕਿਸ ਚੀਜ਼ ਦੀ ਲੜਾਈ ਸੀ ਤੇ ਜਿਹੜਾ ਮਕਤੂਲ ਜਵੇਦ ਇਹ ਕਿੰਨੀ ਦੇਰ ਤੋਂ ਸਾਊਦੀਆ ਸੀਗਾ? 12 ਸਾਲ ਤੋਂ ਸਾਊਦੀ ਅਰਬ ਸਨ, ਆਪਣਾ ਮਿਹਨਤ ਮੁਸ਼ਕਲ ਕਰਦੇ ਸਨ ਤੇ ਕੁਝ ਸ਼ਾਦੀਆਂ ਅਸਾਂ ਬੱਚਿਆਂ ਦੀਆਂ ਰੱਖੀਆਂ ਸਨ। ਉਹਨਾਂ ਸ਼ਾਦੀਆਂ ਦੇ ਸਿਲਸਿਲੇ 'ਚ ਉਹ ਆਏ ਸਨ, ਕੁਝ ਚੰਦ ਦਿਨ ਸ਼ਾਦੀਆਂ ਤੋਂ ਪਹਿਲੇ ਆਏ ਸਨ। ਉਹਨਾਂ ਨੂੰ 10-15 ਦਿਨ ਹੋਏ ਨੇ ਬਾਹਰੋਂ ਆਇਆ ਤੇ ਇਹਨਾਂ ਦਾ ਇਹ ਜਿਹੜੇ ਪੈਟਰੋਲ ਪੰਪ ਵਾਲੇ ਨੇ, ਇਹਨਾਂ ਅਜ਼ਮਤ ਮੱਲੀ ਕੇ ਇਹਨਾਂ ਮਸਲੇ ਕਿ ਸਾਡੇ ਵੱਲ ਪੈਟਰੋਲ ਪੰਪ ਤੇ ਮਾਰਕੀਲ ਫਿਰ ਬਾਅਦ ਜਾਵਾਂਗੇ, ਪਹਿਲਾਂ ਥੋੜੀ ਡਿਟੇਲ ਦਿਓ ਕਿ ਸ਼ਾਦੀ ਕਿਸ ਦੀ ਸ਼ਾਦੀ ਸੀ? ਉਹਦੀਆਂ ਆਪਣੀ ਬੇਟੀਆਂ ਦੀ ਸ਼ਾਦੀ ਸੀ? ਉਹਨਾਂ ਦੇ ਮਹਾਂ ਕੇ ਭਤੀਜੀਆਂ ਦੀ ਸ਼ਾਦੀ ਸੀ। ਅੱਛਾ, ਆਪਣੀ ਭਤੀਜੀਆਂ ਦੀ ਸ਼ਾਦੀ ਕਰਨ ਵਾਸਤੇ ਜਵੇਦ ਪਾਕਿਸਤਾਨ ਆਇਆ ਜੀ। ਇਹਨਾਂ ਦੀ ਜਿਹੜੀ ਮਾਰਕੀ ਹੈ, ਜਿਹੜੀ ਇਹ ਗੋ ਦਾ ਪੰਪ ਹੈ, ਇਹਦੇ ਨਾਲ ਇੱਕ ਮਾਰਕੀ ਬਣਾਈ ਗਈ ਜੀ। ਇਹਦਾ ਤਨਾਜ਼ਾ ਸੀ ਸਾਰਾ? ਜੀ, ਉਹਦਾ ਤਨਾਜ਼ਾ ਸੀ। ਸਾਡੇ ਕੋਲੋਂ ਜਗ੍ਹਾ ਮੰਗਦੇ ਸਨ ਆਪਣੀ ਲੋਕੇਸ਼ਨ ਪੰਪ ਵਾਸਤੇ, ਅਸੀਂ ਉਹ ਜਗ੍ਹਾ ਨਹੀਂ ਦਿੱਤੀ। ਅਸਾਂ ਕਿਹਾ ਕਿ ਬਈ ਅਸੀਂ ਆਪ ਖੁਦ ਕਾਰੋਬਾਰ ਕੀਤਾ ਹੈ, ਅਸੀਂ ਕਿਉਂ ਤੁਹਾਨੂੰ ਜਗ੍ਹਾ ਦਈਏ। ਜਿਨ੍ਹਾਂ ਦਾ ਪੰਪ ਹੈ, ਜਿਹੜੇ ਜਗ੍ਹਾ ਮੰਗਦੇ ਸਨ, ਇਹ ਲੋਕ ਕੌਣ ਨੇ? ਇੱਥੋਂ ਦੇ ਕਿੰਨੇ ਕੁ ਬਾਅਸਰ ਲੋਕ ਨੇ? ਇਹਨਾਂ ਦਾ ਕੀ ਨਾਮ ਹੈ ਤੇ ਇਹਨਾਂ ਦੇ ਕਿੰਨੇ ਕੁ ਤਾਲੁਕਾਤ ਨੇ? ਇਹਨਾਂ ਦੇ ਜਿਹੜੇ ਤਾਲੁਕਾਤ ਨੇ ਕਾਫੀ ਮਤਲਬ ਕਿ ਜ਼ਿਆਦਾ ਨੇ ਔਰ ਕਾਫੀ ਜ਼ਿਆਦਾ ਇਹ ਰਈਸਮੰਦ ਨੇ ਔਰ ਇਹਨਾਂ ਦਾ ਕਾਰੋਬਾਰ ਵੀ ਵਸੀਹ ਹੈ ਔਰ ਇਹ ਮੱਲੀ ਗਰੁੱਪੇ ਕਬਜ਼ਾ ਗਰੁੱਪ ਨੇ। ਮਾੜਿਆਂ ਬੰਦਿਆਂ ਨੂੰ ਸ਼ੁਰੂ ਤੋਂ ਇਹ ਤੰਗ ਕਰਦੇ ਨੇ ਔਰ ਕਬਜ਼ਿਆਂ ਤੇ ਮਤਲਬ ਕਿ ਕਬਜ਼ੇ ਕਰਦੇ ਨੇ ਨਜਾਇਜ਼। ਅੱਜ ਵੀ ਇਹਨਾਂ ਮਸਲੇ ਕਿ ਸਾਡੇ ਤੋਂ ਇਲਾਵਾ ਵੀ ਇਹਨਾਂ ਕਬਰਸਤਾਨ ਦੀ ਜਿਹੜੀ ਜਗ੍ਹਾ ਹੈ ਉਹਦੇ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੈ ਔਰ ਮਾਰਿਆਂ ਬੰਦਿਆਂ ਨੂੰ ਤੰਗ ਕਰਦੇ ਨੇ। ਔਰ ਮਸਲ ਕਿ ਪੈਟਰੋਲ ਪੰਪ ਦੇ ਉੱਤੇ ਇਹਨਾਂ 5 ਮੋਰਚੇ 4 ਬਣਾਏ ਨੇ, ਉਹਦੇ ਉੱਤੇ ਇਹਨਾਂ ਦੇ ਬੰਦੇ ਜਿਹੜੇ ਨੇ ਬਿਲਾ ਵਜ੍ਹਾ ਮਸਲ ਕਿ ਸ਼ਰਾਬ ਖੋਨੀ ਕਰਕੇ ਤੇ ਹਲਕਾਰੇ ਮਾਰਦੇ ਬਿਲਾ ਵਜ੍ਹਾ ਮੰਨ ਕੇ ਫਾਇਰਿੰਗ ਕਰਦੇ ਰਹਿੰਦੇ ਨੇ। ਤੁਹਾਡੇ ਨਾਲ ਕੀ ਤਨਾਜ਼ਾ ਬਣਿਆ ਸੀ? ਤੁਹਾਡੇ ਕੋਲੋਂ ਕੀ ਮੰਗਦੇ ਸਨ? ਕਿੰਨੀ ਜਗ੍ਹਾ ਮੰਗਦੇ ਸਨ? ਤੁਹਾਡੀ ਮਾਰਕੀ ਦੀ ਜਗ੍ਹਾ ਮੰਗਦੇ ਸਨ? ਕੀ ਰੋਲਾ ਕੀ ਬਣਿਆ? ਸਾਡੇ ਕੋਲ ਜਗ੍ਹਾ ਮੰਗਦੇ ਹਨ ਆਪਣੇ ਪੰਪ ਦੀ ਲੋਕੇਸ਼ਨ ਵਾਸਤੇ, ਫਰੈਂਡ ਵਾਸਤੇ। ਅਸੀਂ ਉਹ ਜਗ੍ਹਾ ਨਹੀਂ ਦਿੱਤੀ। ਉਸ ਦੌਰਾਨ ਵੀ ਸਾਡਾ ਝਗੜਾ ਮਸਲ ਕਿ ਤਲਖ ਕਲਾਮੀ ਹੋਈ ਏ। ਬਾਕੀ ਇਹ ਵੇ ਕਿ ਚਲੋ ਮਸਲ ਕਿ ਜੀ ਵਿੱਚ ਪੈ ਗਏ, ਉਹਨਾਂ ਸਮਝਾਇਆ ਉਹਨਾਂ ਨੂੰ ਵੀ, ਅਸਾਂ ਵੀ ਮਸਲ ਕਿ ਇਸ ਚੀਜ਼ ਨੂੰ ਅੱਛਾ ਨਹੀਂ ਸਮਝਿਆ ਤੇ ਚਲੋ ਉਹ ਗੱਲ ਰਫਾ ਦਫਾ ਹੋ ਗਈ। ਪਰ ਇਹਨਾਂ ਉਹ ਗੱਲ ਜਿਹੜੀ ਆਪਣੇ ਜ਼ਿਹਨ ਦੇ ਵਿੱਚ ਰੱਖੀ ਸੀ, ਅਸੀਂ ਉਸ ਗੱਲ ਨੂੰ ਮਤਲਬ ਕਿ ਭੁੱਲ ਗਏ ਸਾਂ। ਬਾਅਦ ਵਿੱਚ ਜਦੋਂ ਚਾਚੂ ਰੀ ਆਉਂਦੇ ਨੇ ਆਪਣੀਆਂ ਭਤੀਜੀਆਂ ਦੀ ਸ਼ਾਦੀ ਕਰਨ ਵਾਸਤੇ ਤੇ ਮਤਲਬ ਕਿ ਅਸੀਂ ਉੱਥੇ ਸੇਨ ਦੇ ਵਿੱਚ ਬੈਠੇ ਹਾਂ। ਪਹਿਲੇ ਵੀ ਇਹ ਕੂੜਾ ਮਤਲਬ ਕਿ ਫੈਂਕਦੇ ਹਨ ਤੇ ਵੱਡੇ ਚਾਚੂ ਜਿਹੜੇ ਨੇ ਉਹਨਾਂ ਮਤਲਬ ਕਿ ਅਜ਼ਮਤ ਮੱਲੀ ਨੂੰ ਖੁਦ ਜਿਹੜਾ ਮਤਲਬ ਕਿ ਮਾਲਕ ਹੈ, ਜਿਹੜਾ ਨੈਕ ਹੈ, ਕੂੜਾ ਜਿਹੜਾ ਸੀ ਕਿੱਥੇ ਸੁੱਟਦੇ ਸਨ? ਇਹ ਕਿਚਨ ਦੇ ਵਿੱਚ ਕੂੜਾ ਸੁੱਟਦੇ ਸਨ। ਤੇ ਵੱਡੇ ਚਾਚੂ ਨੇ ਮਾਲਕ ਨੂੰ ਖੁਦ ਮਸਲਾ ਕਿ ਅਜ਼ਮਤ ਮੱਲੀ ਨੂੰ ਕਿਹਾ ਕਿ ਯਾਰ ਤੂੰ ਮਸਲੇ ਕਿ ਮਾਲਕ ਹੈ ਤੇ ਮੈਂ ਵੀ ਮਾਲਕ ਆ ਮਾਰਕੀ ਦਾ, ਤੇ ਲਿਆਦਾ ਇਹ ਵੇ ਕਿ ਤੂੰ ਵੀ ਮੁਲਾਜ਼ਮ ਰੱਖਿਆ, ਮੈਂ ਵੀ ਮੁਲਾਜ਼ਮ ਰੱਖਿਆ, ਤੇ ਲਿਆਦਾ ਇਹ ਗੱਲ ਚੰਗੀ ਨਹੀਂ ਹੈ, ਇਹ ਕੂੜਾ ਤੁਸੀਂ ਸੁੱਟਦੇ ਹੋ ਤੇ ਇਹ ਕੋਈ ਕੰਮ ਚੰਗਾ ਨਹੀਂ। ਉਹਨੇ ਕਿਹਾ ਕਿ ਚਲੋ ਠੀਕ ਹੈ, ਮੈਂ ਮਸਲਾ ਕਿ ਆਪਣੇ ਮੁਲਾਜ਼ਮਾਂ ਨੂੰ ਸਮਝਾਵਾਂਗਾ। ਬਾਅਦ ਵਿੱਚ ਉਹਨੇ ਆਪਣੇ ਮੁਲਾਜ਼ਮਾਂ ਨੂੰ ਕਿਹਾ ਕਿ ਤੁਸੀਂ ਇੰਝ ਹੀ ਕਰਦੇ ਰਹੋ, ਇਹਨਾਂ ਦਾ ਇਹ ਹੁੰਦੇ ਕੌਣ ਨੇ ਸਾਡਾ ਮੁਕਾਬਲਾ ਕਰਨ ਵਾਲੇ, ਤੇ ਤੁਸੀਂ ਇੰਝ ਹੀ ਕੰਮ ਜਾਰੀ ਰੱਖੋ, ਜਿਹੜਾ ਹੋਵੇਗੀ ਮੈਂ ਆਪ ਹੀ ਵੇਖ ਲਾਂਗਾ। ਬਾਅਦ ਵਿੱਚ ਫਿਰ ਮਤਲਬ ਕੁਝ ਦਿਨ ਲੰਘੇ ਨੇ ਤੇ ਚਾਚੂ ਜੀ ਤੋਂ ਬਾਹਰੋਂ ਆ ਗਏ ਨੇ ਭਤੀਜੀਆਂ ਦੀ ਸ਼ਾਦੀ ਕਰਨ ਵਾਸਤੇ ਤੇ ਅਸੀਂ ਬਾਹਰ ਮਤਲਬ ਕਿ ਮਾਰਕੀ ਦੀ ਆਪਣੀ ਫਰੈਂਡ ਸਾਈਡ ਤੇ ਮਤਲਬ ਕਿ ਸੇਨ 'ਚ ਬੈਠੇ ਹਾਂ। ਇਹਨਾਂ ਦੇ ਬੰਦਿਆਂ ਨੇ ਮਤਲਬ ਕਿ ਕੂੜਾ ਸੁੱਟਿਆ, ਇਹਦੇ ਬੱਚੇ ਨੇ ਔਰ ਇਹਨਾਂ ਦੇ ਮਤਲਬ ਗਾਰਡ ਨੇ ਤੇ ਚਾਚੂ ਦਾ ਬੇਟਾ ਗਏ ਨੇ ਮਤਲਬ ਕਿ ਰੋਕਣ ਵਾਸਤੇ ਕਿ ਬਈ ਤੁਸੀਂ ਇਹ ਕੂੜਾ ਕਿਉਂ ਸੁੱਟਦੇ ਪਏ ਹੋ, ਤੁਹਾਨੂੰ ਅੱਗੇ ਵੀ ਆ ਕਿੰਨੀ ਦਫਾ ਡੱਕਿਆ ਤੇ ਤੁਹਾਡੀ ਮਿਹਰਬਾਨੀ, ਅਸੀਂ ਮਾੜੇ ਬੰਦੇ ਆ, ਅਸੀਂ ਨਹੀਂ ਤੁਹਾਡੇ ਲੈਵਲ ਦੇ, ਤੇ ਤੁਸੀਂ ਇੰਜ ਕਿਉਂ ਕਰਦੇ ਹੋ। ਅਜ਼ਮਤ ਮੱਲੀ ਦੇ ਮੁੰਡੇ ਸਾਕਬ ਨੇ ਸਾਨੂੰ ਗਾਲ ਕੱਢ ਕੇ ਚਾਚੂ ਮੇਰੇ ਨੂੰ, ਉਹਨੇ ਕਿਹਾ ਕਿ ਤੇਰੀ ਇੰਜ ਕਿਵੇਂ ਕੀਤਾ, ਤੂੰ ਹੋਵੇਂ ਕੌਣ ਸਾਨੂੰ ਡੱਕਣ ਵਾਲਾ, ਇਹਨਾਂ ਨੂੰ ਮਾਰ, ਇਹਨਾਂ ਨੂੰ ਜ਼ਿੰਦਾ ਨਹੀਂ ਜਾਣ ਦੇਣਾ। ਉਹਦੇ ਬਾਡੀਗਾਰਡ ਨੇ ਫਾਇਰਿੰਗ ਕੀਤੀ ਹੈ ਮੇਰੇ ਮਤਲਬ ਕਿ ਚਾਚੂ ਦਾ ਜਿਹੜਾ ਬੇਟਾ ਹੈ ਮਹੀਰ ਹਮਜ਼ਾ, ਉਹਦੇ ਖੱਬੇ ਪੈਰ ਤੇ ਫਾਇਰ ਲੱਗਾ ਔਰ ਸਾਕਬ ਨੇ ਹਲਕਰਾ ਮਾਰ ਕੇ ਉਹਨੇ ਕਿਹਾ ਕਿ ਬਈ ਇਹਨਾਂ ਨੂੰ ਜਾਣ ਨਹੀਂ ਦੇਣਾ, ਇਹਨਾਂ ਨੂੰ ਜ਼ਿੰਦਾ ਨਹੀਂ ਜਾਣ ਦੇਣਾ। ਉਹਨੇ ਫਾਇਰਿੰਗ ਕੀਤੀ ਹੈ ਮੇਰੇ ਚਾਚੂ ਦੇ ਮਤਲਬ ਕਿ ਖੱਬੇ ਬਾਜ਼ੂ ਦੇ ਖੱਬੇ ਤਰਫ ਮਤਲਬ ਕਿ ਪੇਟ ਤੇ 2 ਫਾਇਰ ਲੱਗੇ ਨੇ। ਉਹ ਉੱਥੇ ਮਤਲਬ ਕਿ ਡਿੱਗ ਪਏ ਨੇ। ਉਹਨਾਂ ਨੂੰ ਅਸੀਂ ਲੈ ਕੇ ਆਏ ਹਾਂ
ਮਤਲਬ ਕਿ ਚੁੱਕ ਕੇ ਇਹ ਹਲਕਾਰੇ ਮਾਰਦੇ ਥੱਲੇ ਉਤਰ ਗਏ ਨੇ। ਇਹਨਾਂ ਫਿਰ 15 ਦੇ ਕਾਲ ਕੀਤੀ ਏ। ਅਸੀਂ ਚਾਚੂ ਆਪਣੇ ਨੂੰ ਤੇ ਆਪਣੇ ਮਤਲਬ ਕਿ ਚਾਚੂ ਦੇ ਬੇਟੇ ਨੂੰ ਲੈ ਕੇ ਹਸਪੀਟਲ ਸ਼ਹਿਰੇ ਵਿਰਕਾਂ ਪਹੁੰਚੇ ਆ। ਇੱਥੇ ਆ ਕੇ ਦੋ ਤਨਾਜ਼ੇ ਬਣ ਗਏ ਨੇ। ਇੱਕ ਤਨਾਜ਼ਾ ਹੈ ਕਿ ਕੂੜਾ ਸੁੱਟਣ ਦੀ ਵਜ੍ਹਾ ਨਾਲ ਲੜਾਈ ਹੋਈ ਜੀ। ਇੱਕ ਤਨਾਜ਼ਾ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਨੂੰ ਉਹ ਜਿਹੜੀ ਮਾਰਕੀਟ ਦੀ ਜਗ੍ਹਾ ਸੀ ਉਹ ਨਾ ਦੇਣ ਦੀ ਵਜ੍ਹਾ ਤੋਂ ਉਹਨਾਂ ਦੇ ਦਿਮਾਗ 'ਚ ਖਾਰ ਸੀ ਜੀ। ਐਕਚੁਅਲ ਜਿਹੜੀ ਵਜ੍ਹਾ ਹੈ ਓਰੀਜਨਲੀ ਉਹ ਕੀ ਹੈ? ਉਹ ਮਾਰਕੀਟ ਦੀ ਜਗ੍ਹਾ ਨਾ ਦੇਣ ਦੀ ਵਜ੍ਹਾ ਬਣੀ ਜਾਂ ਫਿਰ ਤੁਹਾਡੀ ਮਾਰਕੀਟ ਦੀ ਕਿਚਨ 'ਚ ਕੂੜਾ ਸੁੱਟਣ ਦੀ ਵਜ੍ਹਾ ਬਣੀ? ਅਸਲ ਉਹਨਾਂ ਮਸਲੇ ਕਿ ਜਿਹੜੀ ਗੱਲ ਹੈ ਨਾ ਉਹਨਾਂ ਉਹ ਦੀਵਾਰ ਵਾਲੀ ਰੱਖੀ ਸੀ। ਅਸੀਂ ਮਸਲਨ ਕਿ ਇਸ ਚੀਜ਼ ਨੂੰ ਭੁੱਲ ਗਏ ਹਾਂ ਕਿ ਚਲੋ ਸਾਡੀ ਸੁਲ੍ਹਾ ਹੋ ਗਈ ਏ ਤੇ ਹੁਣ ਨਹੀਂ ਇਹ ਸਾਡੇ ਨਾਲ ਕਰਦੇ। ਦੀਵਾਰ ਵੀ ਉਹਨਾਂ ਆਪਣੀ ਕਰ ਲਈ ਏ, ਅਸਾਂ ਦੀਵਾਰ ਆਪਣੀ ਕੋ ਨਹੀਂ ਸੀ ਕੀਤੀ। ਤੇ ਉਹਨਾਂ ਇਹ ਤਨਾਜ਼ਾ ਰੱਖਿਆ ਸੀ ਕਿ ਅਸੀਂ ਇਹਨਾਂ ਨੂੰ ਤੰਗ ਕਰਨੇ ਆ, ਇਹ ਸਾਨੂੰ ਮਸਲਨ ਕਿ ਇੱਥੋਂ ਟੁਰ ਜਾਣਦੇ। ਔਰ ਉਹਨਾਂ ਸਾਨੂੰ ਇਹ ਵੀ ਕਿਹਾ ਕਿ ਸਾਨੂੰ ਜਗ੍ਹਾ ਮੁੱਲ ਦੇ ਦਿਓ। ਅਸਾਂ ਕਿਹਾ ਕਿ ਯਾਰ ਅਸਾਂ ਮੁੱਲ ਨਹੀਂ ਦੇਣੀ, ਅਸਾਂ ਆਪਣਾ ਕਾਰੋਬਾਰ ਕੀਤਾ, ਅਸਾਂ ਨਹੀਂ ਮੁੱਲ ਦੇਣੀ। ਉਹਨਾਂ ਕਿਹਾ ਕਿ ਸਾਨੂੰ ਇਹ ਜਗ੍ਹਾ ਚਾਹੀਦੀ ਹੈ, ਭਾਵੇਂ ਅਸੀਂ ਜਿਸ ਤਰੀਕੇ ਨਾਲ ਵੀ ਲਈਏ, ਅਸਾਂ ਇਹ ਜਗ੍ਹਾ ਲੈਣੀ ਹੈ। ਉਹਦੀ ਬਾਵਜੂਦ ਉਹ ਨਾ ਰੱਖ ਕੇ ਉਹ ਕੂੜਾ ਸੁੱਟਣ ਲੱਗ ਪਏ ਨੇ, ਸਾਨੂੰ ਤੰਗ ਕਰਨ ਲੱਗ ਪਏ ਨੇ ਕਿ ਸਾਡੇ ਨਾਲ ਲੜਨ ਦੇ। ਅਸੀਂ ਇਹਨਾਂ ਨਾਲ ਜ਼ੋਰ ਜ਼ਬਰ ਕਰਕੇ ਤੇ ਇਹਨਾਂ ਕੋਲ ਹਥਿਆਰ ਲਵਾਂਗੇ। ਅਗਰ ਸਾਫ਼ ਲਫ਼ਜ਼ਾਂ 'ਚ ਕਹਾਂ ਕਿ ਇੱਥੋਂ ਦਾ ਜਿਹੜਾ ਬਾ ਅਸਰ ਅਜ਼ਮਤ ਮੱਲੀ ਹੈ ਜੀ। ਉਹਨੇ ਤੁਹਾਡੇ ਕੋਲ ਜਗ੍ਹਾ ਮੰਗੀ ਆਪਣੇ ਪੈਟਰੋਲ ਪੰਪ ਦੀ ਲੋਕੇਸ਼ਨ ਬਣਾਉਣ ਵਾਸਤੇ। ਜਗ੍ਹਾ ਨਾ ਦੇਣ ਦੀ ਵਜ੍ਹਾ ਤੋਂ ਅਜ਼ਮਤ ਮੱਲੀ ਨੇ ਆਪਣੇ ਗਾਰਡ ਦੇ ਨਾਲ ਮਿਲ ਕੇ ਤੁਹਾਡੇ ਓਵਰਸੀਜ਼ ਚਾਚੇ ਜਵੇਦ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਜੀ। ਉਹਦੇ ਬੇਟੇ ਨੇ ਨਾਲ ਸ਼ਾਮਲ ਹੋ ਕੇ, ਉਹਦੇ ਬੇਟੇ ਤੇ ਉਹਦੇ ਬਾਡੀਗਾਰਡ ਨੇ ਦੋਵਾਂ ਰਲ ਕੇ ਫਾਇਰਿੰਗ ਕੀਤੀ ਹੈ। ਉਹਦੇ ਬੇਟੇ ਦੀ ਫਾਇਰਿੰਗ ਨਾਲ ਮੇਰੇ ਚਾਚੂ ਜਿਹੜੀ ਹੈ ਉਹਨਾਂ ਦੀ ਮੌਤ ਹੋਈ ਹੈ। ਉਹਨਾਂ ਦੇ ਬਾਡੀਗਾਰਡ ਦੀ ਫਾਇਰਿੰਗ ਨਾਲ ਮੇਰੇ ਜਿਹੜਾ ਚਾਚੂ ਦਾ ਬੇਟਾ ਜ਼ਖਮੀ ਹੋਇਆ। ਕਤਲ ਕਰਨ ਵਾਲਾ ਉਹਦਾ ਬੇਟਾ ਸੀ ਜਾਂ ਖੁਦ ਅਜ਼ਮਤ ਮੱਲੀ ਆਪ ਸੀ? ਨਹੀਂ, ਉਹਦਾ ਬੇਟਾ ਹੀ ਸਾਕਬ। ਉਹਦਾ ਬੇਟਾ ਹੀ ਸਾਕਬ ਤੇ ਉਹਦੇ ਵਾਲਦ ਦਾ ਨਾਮ ਹੈ ਅਜ਼ਮਤ ਮੱਲੀ। ਤੇ ਜਿਹੜਾ ਉਹਨਾਂ ਦਾ ਬਾਡੀਗਾਰਡ है वो भी उन्होंने रिश्तेदार है सफियान वल्द बशीर। एक सेकंड के लिए ये लोकेशन चेक करें आप। ये एक मार्केट देख रहे हैं, इसके साथ एक गो का पेट्रोल पंप है। ये दोनों चीज़ें एक चौक के अंदर बिल्कुल बनाई गई हैं। लेकिन यहाँ पर तनाज़ा इस चीज़ का है कि पंप का मालिक कहता है कि ये जो मार्केट की लोकेशन है ये भी मुझे मिल जाए तो मेरे पंप की लोकेशन अच्छी बन जाएगी, मेरा पंप बड़ा बन जाएगा और मेरा कारोबार चमक जाएगा। जब ये लोग, इनका जो चाचा जवेद जो ओवरसीज पाकिस्तानी है, वो ये जगह नहीं देता, वो कहता है जी मेरा यहाँ पर कारोबार है, मैं ये जगह नहीं देता, उसका ज़ाती हक है वो दे या ना दे। इस पर तनाज़ा खड़ा होता है और इस पंप का मालिक अज़मत मल्ली का बेटा साकिब मल्ली उस जवेद को गोलियां मारकर कत्ल कर देता है। भाईजान यही बात है जी। और एक बात और है कि जिथे ਇਹਦਾ ਪੈਟਰੋਲ ਪੰਪ ਬਣਿਆ ਹੈ ਉਹ ਜਗ੍ਹਾ ਹੈ 4 ਕਨਾਲ। ਔਰ 4 ਕਨਾਲ ਦੇ ਵਿੱਚੋਂ ਜਿਸ ਬੰਦੇ ਨੇ ਇਹਨੂੰ ਮੁੱਲ ਦਿੱਤੀ ਹੈ ਉਹਦੀ ਮਾਲਕੀ 1 ਕਨਾਲ 12 ਮਰਲੇ, ਬਾਕੀ ਸਾਰੀ ਇਹ ਕਾਫ ਲੀਕ ਦੀ ਹੈ ਮਤਲਬ ਕਿ ਸ਼ਾਮਲਾਟ ਜਗ੍ਹਾ ਹੈ ਜਿਹਦੇ ਤੇ ਇਹਨੇ ਕਬਜ਼ਾ ਕੀਤਾ ਹੈ। ਇਹਨੇ ਉਹਦੀ ਮਾਲਕੀ ਦੇ ਵਿੱਚੋਂ 4 ਕਨਾਲ ਹੋਰ ਉਹਦੇ ਖਾਤੇ ਚੋਂ ਲਈ ਹੈ। ਇੱਥੇ ਇਹਨੇ ਉਸ ਮਾੜੇ ਬੰਦੇ ਦੀ ਵਜ੍ਹਾ ਤੋਂ ਇੱਥੇ ਧੱਕੇ ਨਾਲ ਕਬਜ਼ਾ ਕਰ ਲਿਆ ਕਿ ਰੋਡ ਤੇ ਮਰੀਮ ਨਵਾਜ਼ ਕਹਿੰਦੇ ਨੇ ਕਿ ਕਬਜ਼ਾ ਕਰ ਹੀ ਨਹੀਂ ਸਕਦਾ ਕੋਈ, ਇਸ ਦੌਰ 'ਚ ਵੀ ਕਬਜ਼ਾ ਕਰ ਲਿਆ। ਹਾਂਜੀ, ਉਹਨੇ ਕਬਜ਼ਾ ਖਾਲੀ ਇੱਥੇ ਨਹੀਂ ਕੀਤਾ, ਪੈਟਰੋਲ ਪੰਪ ਤੇ ਬਿਲਕੁਲ ਫਰੰਟ ਦੇ ਸਾਹਮਣੇ ਕਬਰਸਤਾਨ ਹੈ ਸਾਡਾ, ਉੱਥੇ ਵੀ ਉਹਨੇ ਮਸਲਾਂ ਕਿ 2 ਏਕੜ ਔਰ 2 ਕਨਾਲ ਮਸਲਾਂ ਕਿ ਉਹਨੇ ਜ਼ਬਰਦਸਤੀ ਜਿਹੜਾ ਕਬਜ਼ਾ ਕੀਤਾ ਹੋਇਆ। ਇਹ ਬਾਸਰ ਬੰਦਾ ਹੈ ਕਿ ਇਹਨੇ ਕਬਰਸਤਾਨ ਦੀ ਜਗ੍ਹਾ ਤੇ ਵੀ ਕਬਜ਼ਾ ਕਰ ਲਿਆ। जी बिल्कुल। जो प्राइम मिनिस्टर मरियम नवाज से हम अपील करते हैं कि अगर कोई भी नुमाइंदा अगर भेजे तो हम दिखाने के लिए तैयार हैं और उसके लिए हमारा पूरा गांव जो है वो मसलन की शहादत देने के लिए तैयार है। अच्छा, कत्ल हो जाता है आपके चाचे का, उसके बाद FIR होती है, बंदे पकड़े गए, मुलजिम जो हैं वो कैफरे किरदार तक पहुंच गए? नहीं, उनको तो पुलिस ने टच भी नहीं किया है, उनको तो पुलिस ने टच भी नहीं किया। तो CCD का दौर है, बंदा दस्ती फुड़का देते हैं। नहीं भाई, ਉਹਨਾਂ ਤੇ ਪੈਸੇ ਇੰਜ ਮੰਗ ਕੇ ਵੰਡੇ ਨੇ ਕਿ ਜਿਵੇਂ ਮਸਲਨ ਕਿ ਬਰਾਤ ਤੇ ਲੋਕ ਵੰਡਦੇ ਨੇ, ਤੇ ਪੁਲਿਸ ਨੇ ਮਸਲਨ ਕਿ ਉਹਨਾਂ ਨੂੰ ਟੱਚ ਵੀ ਨਹੀਂ ਕੀਤਾ ਔਰ ਸਾਨੂੰ ਪੁੱਛਿਆ ਤੱਕ ਨਹੀਂ ਕਿ ਵੀ ਤੁਸੀਂ ਤੁਹਾਡਾ ਕੀ ਹਾਲ ਹੈ, ਤੁਹਾਡਾ ਕਿਵੇਂ ਮਰਿਆ ਕਿਵੇਂ ਨਹੀਂ। ਸਿਰਫ ਸਾਡੇ ਕੋਲ ਕੈਮਰਿਆਂ ਦੀ ਮਸਲਨ ਕਿ ਸਿਕਿਉਰਿਟੀ ਲੈਣ ਵਾਸਤੇ ਆਏ ਨੇ ਤੇ ਅਸੀਂ ਕਿਹਾ ਕਿ ਸਾਡੇ ਕੈਮਰੇ ਖਰਾਬ ਨੇ। ਤੇ ਉਸ ਤੋਂ ਬਾਅਦ ਨਾ ਤਸ਼ਵੀਸ਼ੀ ਆਇਆ, ਨਾ SHO ਆਏ ਨੇ, ਨਾ ਮਸਲਨ ਕਿ SP ਸਾਹਿਬ ਆਏ ਨੇ, SP ਸਦਰ ਸਾਹਿਬ ਉਹ ਆਏ ਨੇ। ਉਹਨਾਂ ਸਾਨੂੰ ਦਿਲਾਸਾ ਦਿੱਤਾ ਕਿ ਤੁਹਾਡੇ ਨਾਲ ਜ਼ੁਲਮ ਹੋਇਆ, ਤੁਹਾਡੇ ਨਾਲ ਜ਼ਬਰ ਹੋਇਆ, ਬਾਕੀ ਇਨਸ਼ਾਅੱਲਾ ਤੁਹਾਨੂੰ ਇਨਸਾਫ ਮੰਗ ਕੇ ਦਿੱਤਾ ਜਾਏਗਾ। ਸਾਨੂੰ ਨਾ ਇਤਮਾਦ 'ਚ ਲਿਆ, ਬਾਅਦ ਵਿੱਚ ਫਿਰ ਉਹਨਾਂ ਵੀ ਸਾਡੀ ਨਹੀਂ ਸੁਣੀ, ਨਾ CPO ਸਾਹਿਬ ਨੇ ਸੁਣੀ ਹੈ ਤੇ ਨਾ ਡਿਪਟੀ ਸਾਹਿਬ ਨੇ ਤੇ ਸਾਡੇ ਨਾਲ ਮੰਗ ਕੇ ਤਾਵਨ ਹੀ ਨਹੀਂ ਕੀਤਾ, ਸਾਨੂੰ ਪੁੱਛਿਆ ਤੱਕ ਨਹੀਂ ਹੈ। ਅੱਜ ਇਸ ਮਾਮਲੇ ਨੂੰ ਕਿੰਨੇ ਦਿਨ ਗੁਜ਼ਰ ਗਏ ਨੇ? 2 ਮਾਹ ਹੋ ਗਏ। 2 ਮਾਹ ਗੁਜ਼ਰ ਗਏ ਨੇ। FIR 302 ਦੀ ਹੋਈ ਸੀ ਕਿ ਜਾਂ 322 ਦੀ ਹੋਈ ਸੀ? 302 ਦੀ ਹੋਈ ਸੀ। 302 ਦੀ FIR ਦੇ ਵਿੱਚ ਇੱਕ ਬੰਦਾ ਵੀ ਨਹੀਂ ਨਾ ਗ੍ਰਿਫਤਾਰ ਕੀਤਾ? ਇੱਕ ਬੰਦਾ ਸਿਰਫ ਇਹਨਾਂ ਬਾਡੀਗਾਰਡ ਆਪਣਾ ਗ੍ਰਿਫਤਾਰ ਕਰਵਾਇਆ, ਉਹ ਵੀ ਇਹਨਾਂ ਆਪ ਪੇਸ਼ ਕਰਾਇਆ। ਇਹ ਵਾਕਿਆ ਮਸਲਾ ਕਿ 7/12/2025 ਦਾ, ठीक है, दिन दिहाड़े। पाकिस्तानियों के साथ कब तक खेला जाएगा? ये गेम होती है, जब कोई बासर बंदा किसी का बंदा मार देता है
तो अपनी जान बचाने के लिए अपना गार्ड या अपने डेरे का कोई मुलाजिम वहां पर गिरफ्तार करवा देता है, उसके सर सारी बाजी लगा दी जाती है और कुछ दिनों बाद वो बॉडीगार्ड या उस बंदे का मुलाजिम भी बाहर आ जाता है। ये कोई भी बाअसर बंदा पाकिस्तान के अंदर अगर सियासी ताल्लुकात रखता है तो ऐसे करके कत्ल करता है, कत्ल करने के बाद अपना बंदा कोई फालतू सा बंदा देकर उस कत्ल को खत्म करवा देते हैं। ये जो साकिब था जी, मेन बंदा जिसका फायर आपके चाचू को लगा, वो नहीं गिरफ्तार हुआ? नहीं नहीं, वो नहीं होया ना साकब गिरफ्तार होया, ना मशवरा देने वाले ਜਿਹੜੇ ਨੇ ਮਸ਼ਵਰਾ ਦੇਣ ਵਾਲੇ ਸਨ ਅਜ਼ਮਤ ਮੱਲੀ ਖੁਦ ਜਿਹੜਾ ਪੰਪ ਦਾ ਮਾਲਕ ਹੈ ਔਰ ਉਹਦਾ ਪਾਰਟਨਰ ਜਿਹੜਾ ਸੈਫ ਮਹਾਂਡਟ। ਕਤਲ ਦਿਨ ਦੇ ਟਾਈਮ ਹੋਇਆ ਸੀ? ਦਿਨ ਦੇ ਟਾਈਮ 12:40 ਦੇ ਵਕੂਆ ਹੋਇਆ, 2:20 ਦੇ ਮੇਰੇ ਚਾਚੂ ਦੀ ਡੈਥ ਹੋਈ ਹੈ ਗੁਜਰਾਂ ਵਾਲੇ। ਕਤਲ ਕਰਨ ਤੋਂ ਬਾਅਦ ਚ ਉਹਨਾਂ ਦੇ ਕਾਰੋਬਾਰ ਤੇ ਕੋਈ ਫਰਕ ਪਿਆ? ਉਹਨਾਂ ਦਾ ਪੈਟਰੋਲ ਪੰਪ ਬੰਦ ਹੋਇਆ ਹੈ, ਕੋਈ ਕੁਝ ਇਸ ਤਰ੍ਹਾਂ ਦਾ ਮਾਮਲਾ ਹੋਇਆ? ਸਿਰਫ ਜਿੰਨਾ ਚਿਰ ਮੇਰੇ ਚਾਚੂ ਦਾ ਮਸਲਾ ਕਿ 10ਵਾਂ ਨਹੀਂ ਹੋਇਆ ਉਹਨਾਂ ਚਿਰ ਸਿਰਫ 10 ਦਿਨ ਬੰਦ ਰੱਖਿਆ, ਉਹ ਵੀ ਉਹਨਾਂ ਦੇ ਬੰਦੇ ਮਤਲਬ ਕਿ ਇੱਥੇ ਮੌਜੂਦ ਰਹੇ ਨੇ, ਪੁਲਿਸ ਉਹਨਾਂ ਦੀ ਮਸਲਾ ਕਿ ਪੈਰਵਾਈ ਕਰਦੀ ਰਹੀ ਹੈ ਤੇ ਪੰਪ ਜਿਹੜਾ 10 ਦਿਨ ਬਾਅਦ ਉਹਨਾਂ ਆਪਣਾ ਪੰਪ ਚਲਾ ਲਿਆ। ਯਾਨੀ ਕਿ ਕੁਝ ਨਹੀਂ ਬਣਿਆ? ਕੁਝ ਵੀ ਨਹੀਂ ਬਣਿਆ, ਸਾਡੀ ਮਸਲਾ ਕਿ ਉਹਨਾਂ ਨੇ ਸੁਣੀ ਹੀ ਨਹੀਂ ਹੈ। ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਪਾਕਿਸਤਾਨ 'ਚ ਜਿਹਦਾ ਕੋਈ ਸਿਆਸੀ ਤਾਲੁਕਾਤ ਨੇ ਉਹ ਬੰਦਾ ਮਾਰ ਕੇ ਆਜ਼ਾਦ ਫਿਰ ਸਕਦਾ ਹੈ? ਆਜ਼ਾਦ ਫਿਰਨਾ ਤੇ ਨਹੀਂ ਚਾਹੀਦਾ, ਬਾਕੀ ਉਹ ਫਿਰਦੇ ਨੇ ਪਏ। ਜਦੋਂ ਮਸਲੇ ਕਿ ਜਾਂਦੇ ਨੇ ਤਰੀਕ ਤੇ ਜਾਂਦੇ ਨੇ, ਅਦਾਲਤ ਤੇ ਜਾਂਦੇ ਨੇ, ਉਦੋਂ ਵੀ ਪੁਲਿਸ ਉਹਨਾਂ ਦੇ ਨਾਲ ਹੁੰਦੀ ਹੈ, ਪੁਲਿਸ ਉਹਨਾਂ ਦੀ ਮਤਲਬ ਕਿ ਸਪੋਰਟ ਕਰਦੀ ਹੈ, ਸਾਡੀ ਸਪੋर्ट नहीं करती। मकतूल की बहन मेरे साथ मौजूद है, मैं इनसे भी बात करने की कोशिश करूंगा। मेरी बहन इस साइड पे है, इधर आप। मेरी बहन मैंने दसो कि ਤੁਹਾਡੇ ਭਾਈ ਦੇ ਕਿੰਨੇ ਬੇਟੇ ਸਨ, ਕਿੰਨੀਆਂ ਬੇਟੀਆਂ ਸਨ ਤੇ ਕਿੰਨੇ ਅਰਸੇ ਬਾਅਦ ਭਾਈ ਪਾਕਿਸਤਾਨ ਆਇਆ ਸੀ? ਭਾਈ 2 ਸਾਲ ਲਾ ਕੇ ਆਏ, ਇੱਕ ਹੀ ਬੇਟਾ ਉਹਨਾਂ ਦਾ, ਅੱਗੋਂ ਔਲਾਦ ਨਹੀਂ ਹੋਈ ਹੈ, ਬੀਬੀ ਹੋਈ ਉਹਨਾਂ ਜਵਾਨ ਹੈ, ਬੇਟਾ ਛੋਟਾ ਜਿਹਾ ਬੇਟਾ ਹੈ। ਭਤੀਜੀਆਂ ਦੀ ਸ਼ਾਦੀ ਕਰਨ ਆਏ ਸਨ? ਹਾਂਜੀ, ਭਤੀਜੀਆਂ ਦੀ ਸ਼ਾਦੀ ਕਰਨ ਆਏ ਸਨ ਤੇ ਸ਼ਾਦੀ ਕਰਨ ਆਏ ਸਨ ਤੇ ਉੱਥੇ ਗਏ ਨੇ ਤੇ ਉਹਨਾਂ ਨੇ ਕੂੜੇ ਦੀ ਵਜ੍ਹਾ ਤੇ ਲੜੇ ਨੇ ਤੇ ਉਹਨਾਂ ਨੇ ਬਸ ਫਾਇਰਿੰਗ ਖੋਲ ਦਿੱਤੀ ਹੈ। ਇੱਕ ਜ਼ਖਮੀ ਹੋ ਗਿਆ ਭਤਰੀਆ ਮੇਰਾ ਤੇ ਜਿਹੜਾ ਭਾਈ ਮੇਰਾ ਉਹਨੂੰ 2 ਗੋਲੀਆਂ ਲੱਗ ਗਈਆਂ। ਕਿੰਨੇ ਅਰਸੇ ਬਾਅਦ ਆਇਆ ਸੀ ਵਾਪਸ ਤੁਹਾਡਾ ਭਾਈ? 2 ਸਾਲ ਬਾਅਦ ਆਇਆ। 2 ਸਾਲ ਬਾਅਦ ਪਾਕਿਸਤਾਨ ਆਇਆ ਤੇ ਆਂਦੇ ਨੂੰ ਫਾਇਰ ਮਾਰ ਦਿੱਤਾ? ਹਾਂਜੀ, ਆਨੇ ਕੋ 10-15 ਦਿਨ ਇੱਥੇ ਰਿਹਾ ਹੈ ਤੇ ਬਾਅਦ ਚ ਗਿਆ ਉੱਥੇ ਤੇ ਉਹ ਬਸ ਗੋਲੀ ਲੱਗ ਗਈ। ਕਿਸ ਤਰ੍ਹਾਂ ਦਾ ਭਰਾ ਤੁਹਾਡਾ? ਕੋਈ ਬਦਮਾਸ਼ ਸੀ, ਕੋਈ ਗੁੰਡਾ ਸੀ, ਕਿਸ ਤਰ੍ਹਾਂ ਦਾ ਭਰਾ? ਮੇਰਾ ਭਰਾ ਸ਼ਰੀਫ ਤੇ ਮੇਰਾ ਭਰਾ ਠੀਕ ਸੀ, ਭਾਂ ਜਿੱਥੋਂ ਮਰਜ਼ੀ ਤੁਸੀਂ ਪੁੱਛ ਸਕਦੇ, ਕੋਈ ਬਦਮਾਸ਼ ਨਹੀਂ, ਕੋਈ ਐਸਾ ਵੈਸਾ। ਉਸ ਸ਼ਰੀਫ ਭਰਾ ਨੂੰ ਦਿਨ ਚਿੱਟੇ ਫਾਇਰ ਮਾਰ ਕੇ ਕਤਲ ਕਰ? ਹਾਂਜੀ। ਤੁਸੀਂ ਕਿਸ ਕੰਡੀਸ਼ਨ 'ਚ ਵੇਖਿਆ ਸੀ ਆਪਣੇ ਭਰਾ ਨੂੰ ਜਦੋਂ ਗੋਲੀਆਂ ਲੱਗੀਆਂ? ਉਸ ਤੋਂ ਬਾਅਦ ਜ਼ਾਹਿਰ ਜੀ ਗੱਲ ਤੁਸੀਂ ਗਏ ਹੋਗੇ, ਕਿਸ ਹਾਲਤ 'ਚ ਵੇਖਿਆ ਸੀ? ਅਸੀਂ ਮੌਤ ਜਦੋਂ ਹੋ ਗਈ, ਫੌਤ ਹੋ ਗਿਆ, ਉਦੋਂ ਹੀ ਬਸ ਵੇਖਿਆ, ਪਹਿਲਾਂ ਨਹੀਂ ਵੇਖਿਆ। ਬਸ ਜਦੋਂ ਘਰ ਆਏ ਨੇ ਉਦੋਂ ਹੀ ਵੇਖਿਆ, ਸਾਨੂੰ ਕਿਸੇ ਨੇ ਜਾਣ ਨਹੀਂ ਦਿੱਤਾ। ਸੀ ਬੜਾ ਆਖਿਆ ਜਾ ਕੇ ਅਸੀਂ ਪੈਟਰੋਲ ਪੰਪ ਦੇ ਇੰਜ ਕਰਦੇ ਨੇ, ਇੰਜ ਕਰਦੇ। ਸਾਡੇ ਬੰਦਿਆਂ ਨੇ ਆਖਿਆ ਵੀ ਤੁਸੀਂ ਨਹੀਂ ਬਾਹਰ ਨਹੀਂ ਨਿਕਲਣਾ, ਇਸ ਵਜ੍ਹਾ ਸਾਨੂੰ ਕਿਸੇ ਬਾਹਰ ਨਹੀਂ ਨਿਕਲਣ ਦਿੱਤਾ, ਨਾ ਕੁਝ ਆਖਣ ਦਿੱਤਾ। ਅਸੀਂ ਬਸ ਜਦੋਂ ਘਰ ਆਏ ਨੇ ਉਦੋਂ ਹੀ ਵੇਖਿਆ। ਅੱਜ ਕੀ ਦਿਲ ਕਰਦਾ ਹੈ ਉਸ ਮਕਤੂਲ ਜਵੇਦ ਦੇ ਯਤੀਮ ਬੇਟੇ ਨੂੰ ਵੇਖ ਕੇ, ਉਹਦੀ ਜਵਾਨ ਬੀਵੀ ਨੂੰ ਵੇਖ ਕੇ ਕੀ ਦਿਲ ਕਰਦਾ? ਤਕਲੀਫ ਹੁੰਦੀ ਹੈ ਜਦੋਂ ਉਹਨਾਂ ਰੋਂਦਿਆਂ ਨੂੰ ਵੇਖੀਦਾ, ਬੱਚਿਆਂ ਨੂੰ ਵੇਖੀਦਾ। ਕੱਲ ਕਬਰਸਤਾਨ ਗਿਆ ਸੀ ਬੱਚਾ, ਉੱਥੇ ਕਬਰ ਦੇ ਉੱਤੇ ਬਹਿ ਰਿਹਾ ਸੀ, ਵਾਪਸ ਨਹੀਂ ਸੀ ਆਉਂਦਾ, ਆਉਂਦਾ ਸੀ ਮੇਰਾ ਅੱਬੂ ਜਾਇਦਾ ਤੇ ਮੈਂ ਘਰ ਜਾਣਾ। ਇਸ ਵਾਸਤੇ ਕਿੰਨਾ ਨਾ ਬੜੀ ਤਕਲੀਫ ਹੁੰਦੀ ਜਦੋਂ ਉਹਨਾਂ ਨੂੰ ਆਣ ਕੇ ਇੱਥੇ ਵੇਖੀਦਾ। ਕੀ ਅਪੀਲ ਕਰੋਗੇ ਮਰੀਮ ਨਵਾਜ਼ ਸਾਹਿਬਾ ਨੂੰ? ਅਸੀਂ ਬਸ ਇਹ ਸਾਨੂੰ ਸਾਫ਼ ਚਾਹੀਦਾ, ਸਾਨੂੰ ਸਾਫ਼ ਮਿਲ जाना चाहिए बस। मदीना कवर से पाकिस्तान आता है और आते ही उसको फायर मारकर कत्ल कर दिया जाता है। अब जालिम जो मुखालिफ हैं वो तनाज़ा ये बनाते हैं कि तेरी जगह ते साडा कब्जा होना ज़रूरी है, जिथे तू मायरा जहाल बनाया है इत्थे साडा पेट्रोल पंप बनाना ज़रूरी है। अब सारी कहानी ओवरऑल ये चीज़ बताती है कि अगर पाकिस्तान के अंदर आपके सियासी ताल्लुकात हैं, आपके पास पैसा है, आपका असर रसूख है, तो आप किसी को भी कत्ल करके सरेआम घूम सकते हैं, दन दना सकते हैं। भाई ऑफ कैमरा बता रहे थे कि कत्ल करने के बाद ये जो अजमत मल्ली है, इसका बेटा मलेशिया से आता है, वो आकर दोबारा वहाँ पर पेट्रोल पंप पे फायरिंग करता है और फायरिंग करने के बाद इनके एक बंदा उस फायरिंग के केस में पकड़वा देता है। अब ये सारी कहानी यही बताती है कि अगर आपके ताल्लुकात हैं, आपके पास पैसा, तो आप कुछ भी कर सकते हैं। अपनी कीमती राय का इज़हार से कुछ देखते रहे मन पॉइंट। अल्लाह निगहबान।